ਹੈਲੋ ਐਂਡ ਵੈਲਕਮ ਟੂ ਰੇਸ ਅਕੈਡਮੀ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਇਸ ਵੀਡੀਓ ਦੇ ਵਿੱਚ ਆਪਾਂ 31 ਅਗਸਤ ਦੇ ਕਰੰਟ ਅਫੇਅਰਸ ਕਵਰ ਕਰਨੇ ਆ। ਦਿਸ ਵੀਡੀਓ ਇਜ਼ ਪ੍ਰੈਜ਼ੈਂਟਡ ਬਾਈ ਮੀਨਸ ਰਮਨਦੀਪ ਕੌਰ। ਇਹਦੇ ਵਿੱਚ ਆਪਾਂ ਜਿਹੜੀਆਂ ਵੀ ਇੰਪੋਰਟੈਂਟ ਨਿਊਜ਼ 31 ਅਗਸਤ ਦੀਆਂ ਰਹੀਆਂ ਹੋਣਗੀਆਂ ਉਹ ਸਾਰੀਆਂ ਇਹਦੇ ਵਿੱਚ ਕਵਰ ਕਰਨੀਆਂ ਨੇ। ਪਲੱਸ ਜਿਹੜੀ ਪ੍ਰੀਵੀਅਸ ਵੀਡੀਓਜ਼ ਨੇ ਉਹਨਾਂ ਦੇ ਨਾਲ ਰਿਵੀਜ਼ਨ ਵੀ ਕਰਾਂਗੇ ਆਪਾਂ, ਪਲੱਸ ਸਟੈਟਿਕ ਜੀਕੇ ਦਾ ਪੋਰਸ਼ਨ ਵੀ ਇਹਦੇ ਵਿੱਚ ਕਵਰ ਹੋਊਗਾ। ਬਟ ਮੇਕ ਸ਼ੋਰ ਕਿ ਜਿਹੜੀਆਂ ਅਗਸਤ ਮੰਥ ਦੀ ਇਹ ਤੋਂ ਪ੍ਰੀਵੀਅਸ ਵੀਡੀਓਜ਼ ਨੇ ਸਾਰੀਆਂ ਤੁਸੀਂ ਵਿਜ਼ਿਟ ਕਰ ਲਈਆਂ ਹੋਣ, ਠੀਕ ਹੈ ਜੀ। ਪਲੇਲਿਸਟ ਚੈੱਕ ਕਰ ਲਿਓ ਚੈਨਲ ਦੀ, ਉਹਦੇ ਵਿੱਚ ਤੁਹਾਨੂੰ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ, ਉਹਨਾਂ ਨੂੰ ਜ਼ਰੂਰ ਇੱਕ ਵਾਰ ਚੈੱਕਆਊਟ ਕਰ ਲਿਓ। ਸ਼ੁਰੂ ਕਰਦੇ ਹਾਂ ਆਪਾਂ ਨਿਊਜ਼ ਤੋਂ, ਪਹਿਲੀ ਤੋਂ। ਹਾਂਜੀ, ਨਿਊ ਸਕੀਮਜ਼ ਆਂਧਰਾ ਪ੍ਰਦੇਸ਼ ਦੀ ਹੈ। ਸਭ ਤੋਂ ਪਹਿਲਾਂ YSR ਬਹਾਦਰੀ ਲਿਫਟ ਇਰੀਗੇਸ਼ਨ ਸਕੀਮ ਹੈ ਜਿਹੜੀ, ਇਹ ਕਿੱਥੋਂ ਦੀ ਹੈ? ਆਂਧਰਾ ਪ੍ਰਦੇਸ਼ ਦੀ ਹੈ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿਸੇ ਵੀ ਸਕੀਮ ਦੇ ਮੂਹਰੇ ਅੱਗੇ ਜੇ YSR ਆ ਗਿਆ ਤਾਂ ਅੱਖਾਂ ਬੰਦ ਕਰਕੇ ਤੁਸੀਂ ਆਂਧਰਾ ਪ੍ਰਦੇਸ਼ ਟਿਕ ਕਰ ਦੇਣਾ। ਇਹਦਾ ਰੀਜ਼ਨ ਬਿਹਾਈਂਡ ਇਹ ਹੈ ਕਿ ਉੱਥੋਂ ਦੀ ਜਿਹੜੀ ਗਵਰਨਮੈਂਟ ਹੈ, ਸਟੇਟ ਗਵਰਨਮੈਂਟ ਹੈ, ਉਹਦੀ ਜਿਹੜੀ ਪਾਰਟੀ ਹੈ YSR ਕਾਂਗਰਸ ਹੈ। YSR ਕਾਂਗਰਸ ਅਲੱਗ ਹੈ, INC ਅਲੱਗ ਹੈ, ਇੰਡੀਅਨ ਨੈਸ਼ਨਲ ਕਾਂਗਰਸ ਨਹੀਂ ਹੈ ਇਹ। ਤਾਂ ਧਿਆਨ 'ਚ ਰੱਖਿਓ, YSR ਅੱਖਾਂ ਬੰਦ ਕਰਕੇ ਜਦੋਂ ਵੀ YSR ਆਊਗਾ ਨਾ ਕਿਸੇ ਵੀ ਸਕੀਮ ਦੇ ਅੱਗੇ, ਤੁਸੀਂ ਆਂਧਰਾ ਪ੍ਰਦੇਸ਼ ਆਨਸਰ ਟਿਕ ਕਰ ਦੇਣਾ, ਠੀਕ ਹੈ। ਇਹਦੇ ਬਾਰੇ ਗੱਲ ਕਰ ਲੈਂਦੇ ਹਾਂ। YSR ਬਹਾਦਰੀ ਲਿਫਟ ਇਰੀਗੇਸ਼ਨ ਸਕੀਮ ਹੈ ਜਿਹੜੀ, ਇਸ ਸਕੀਮ ਦੇ ਤਹਿਤ ਜਿਹੜੀ ਇਰੀਗੇਸ਼ਨ ਹੈ, ਸਿੰਜਾਈ ਹੁੰਦੀ ਹੈ, ਇਰੀਗੇਸ਼ਨ ਦਾ ਮਤਲਬ, ਇਹ ਪ੍ਰੋਵਾਈਡ ਕੀਤੀ ਜਾਊਗੀ। ਇਹ ਬਹਾਦਰੀ ਉੱਥੋਂ ਦੇ ਇੱਕ ਪਿੰਡ ਦਾ ਨਾਮ ਹੈ, ਉੱਥੋਂ ਹੀ ਇਹ ਇਰੀਗੇਸ਼ਨ ਸਿੰਜਾਈ ਦੀ ਜਿਹੜੀ ਉਪਲਬਧੀ ਹੈ ਸਟਾਰਟਿੰਗ ਕੀਤੀ ਗਈ, ਠੀਕ ਹੈ, ਜਿਹਦੇ ਕਰਕੇ ਇਹਦਾ ਨਾਮ ਵੀ ਉਸੇ ਪਿੰਡ ਦੇ ਨਾਮ ਤੋਂ ਪੈ ਗਿਆ। ਇਹਦੇ ਅਰਾਊਂਡ ਜਿਹੜੇ 28 ਹੋਰ ਵਿਲੇਜਸ ਨੇ, 20 ਹੋਰ ਵਿਲੇਜਸ ਨੇ, ਉਹਨਾਂ ਨੂੰ ਵੀ ਇਹ ਸਕੀਮ ਦੇ ਤਹਿਤ ਕਵਰ ਕੀਤਾ ਜਾਊਗਾ, ਠੀਕ ਹੈ। ਇਹ ਤੁਸੀਂ ਯਾਦ ਰੱਖਣਾ ਹੈ, ਆਂਧਰਾ ਪ੍ਰਦੇਸ਼ ਦੀ ਇਰੀਗੇਸ਼ਨ ਸਕੀਮ। ਕਲੀਅਰ ਹੈ ਜੀ। ਇਸ ਤੋਂ ਇਲਾਵਾ ਪ੍ਰੀਵੀਅਸ ਡੇਜ਼ ਦੇ ਵਿੱਚ ਜਿਹੜੇ ਵੀ ਆਂਧਰਾ ਪ੍ਰਦੇਸ਼ ਤੋਂ ਕੁਐਸਚਨ ਆਏ ਨੇ ਆਪਾਂ ਉਹ ਕਵਰ ਕਰ ਲੈਂਦੇ ਹਾਂ। ਆਂਧਰਾ ਪ੍ਰਦੇਸ਼ ਦੇ ਵਿੱਚ ਇੱਕ ਸਾਈਬਰ ਕ੍ਰਾਈਮ ਅਵੇਅਰਨੈਸ ਪ੍ਰੋਗਰਾਮ ਸ਼ੁਰੂ ਕੀਤਾ ਸੀਗਾ। ਸਾਈਬਰ ਕ੍ਰਾਈਮ ਅਵੇਅਰਨੈਸ ਪ੍ਰੋਗਰਾਮ। ਉਸ ਅਵੇਅਰਨੈਸ ਪ੍ਰੋਗਰਾਮ ਦਾ ਨਾਮ ਕੀ ਸੀਗਾ? ਈ ਰਕਸ਼ਾ ਬੰਧਨ। ਈ ਰਕਸ਼ਾ ਬੰਧਨ ਉਹ ਸਾਈਬਰ ਕ੍ਰਾਈਮ ਜਿਹੜਾ ਅਵੇਅਰਨੈਸ ਪ੍ਰੋਗਰਾਮ ਸੀਗਾ ਉਹਦਾ ਨਾਮ ਸੀ। ਵੀ ਆਂਧਰਾ ਪ੍ਰਦੇਸ਼ ਦਾ ਹੀ ਸੀ, ਇੰਪੋਰਟੈਂਟ ਹੈਗਾ। ਨੀਅਰ ਅਬਾਊਟ ਜਦੋਂ ਰਕਸ਼ਾ ਬੰਧਨ ਸੀ ਉਦੋਂ ਹੀ ਇਹਨੂੰ ਲਾਂਚ ਕੀਤਾ ਗਿਆ ਸੀਗਾ। ਇਸ ਜਿਹੜਾ ਇਹ ਪ੍ਰੋਗਰਾਮ ਸੀਗਾ ਇਹ ਵਿਮਨ ਸੇਫਟੀ ਨੂੰ ਪ੍ਰਮੋਟ ਕਰਨ ਦੇ ਲਈ ਸੀਗਾ, ਠੀਕ ਹੈ। ਸਾਈਬਰ ਕ੍ਰਾਈਮ ਦੇ ਜਿਹੜੇ ਸਾਈਬਰ ਕ੍ਰਾਈਮ ਹੋ ਰਹੇ ਹੈ ਉਹਦੇ ਰਿਗਾਰਡਿੰਗ ਅਵੇਅਰਨੈਸ ਫੈਲਾਉਣ ਦੇ ਲਈ ਸੀਗਾ। ਅਤੇ 1 ਮੰਥ ਲੰਬਾ ਇਹ ਜਿਹੜਾ ਪ੍ਰੋਗਰਾਮ ਸੀਗਾ, ਇਹਦੇ ਤਹਿਤ 1 ਲੱਖ ਦੇ ਕਰੀਬ ਜਿਹੜੇ ਲੋਕਾਂ ਨੂੰ ਟ੍ਰੇਨਿੰਗ ਵਗੈਰਾ ਦਿੱਤੀ ਗਈ ਇਸ ਚੀਜ਼ ਦੀ ਕਿ ਸਾਈਬਰ ਕ੍ਰਾਈਮ ਦੇ ਰਿਗਾਰਡਿੰਗ ਅਵੇਅਰਨੈਸ ਦੀ, ਠੀਕ ਹੈ। ਇਹ ਸਾਰਾ ਕੁਝ ਤੁਸੀਂ ਯਾਦ ਰੱਖਣਾ। ਇਸ ਸਕੀਮ ਦੇ ਵਿੱਚ ਜਿਹੜਾ ਪੁਲਿਸ ਜਾਂ CID ਨੇ ਇੱਕ ਨਾਅਰਾ ਵੀ ਦਿੱਤਾ ਸੀਗਾ। ਉਹ ਨਾਅਰਾ ਸੀਗਾ ਲੈਟ ਅਸ ਮੇਕ ਅਗਸਤ ਦਾ ਮੰਥ ਆਫ ਈ ਫਰੀडम ਐਂਡ ਈ ਸੇਫਟੀ। ਆਈ ਰਿਪੀਟ ਇਟ, ਲੈਟ ਅਸ ਮੇਕ ਅਗਸਤ ਏ ਮੰਥ ਆਫ ਈ ਫਰੀडम ਐਂਡ ਈ ਸੇਫਟੀ। ਕਲੀਅਰ ਹੈ। ਇਹ ਸਾਰਾ ਕੁਝ ਤੁਸੀਂ ਯਾਦ ਰੱਖਣਾ। ਇਸ ਤੋਂ ਇਲਾਵਾ ਆਪਾਂ ਆਂਧਰਾ ਪ੍ਰਦੇਸ਼ ਤੋਂ ਕੁਛ ਕੁ ਹੋਰ ਸਟੈਟਿਕ ਇਨਫੋਰਮੇਸ਼ਨ ਵੀ ਜਿਹੜੀ ਯਾਦ ਰੱਖਣੀ ਹੈ। ਉਹ ਕੀ ਹੈ? ਆਂਧਰਾ ਪ੍ਰਦੇਸ਼ ਦੇਖੋ, ਸਭ ਤੋਂ ਪਹਿਲਾਂ ਆਂਧਰਾ ਪ੍ਰਦੇਸ਼, ਇਹ ਤੋਂ ਪਹਿਲਾਂ ਟੋਟਲ ਨੰਬਰ ਆਫ ਤੁਹਾਨੂੰ ਹਾਈ ਕੋਰਟਸ ਪੁੱਛ ਲੈਣਾ ਕਿ ਐਟ ਪ੍ਰੈਜ਼ੈਂਟ ਕਿੰਨੀਆਂ ਨੇ। ਟੋਟਲ ਨੰਬਰ ਆਫ ਹਾਈ ਕੋਰਟਸ ਤਾਂ 25 ਹਾਈ ਕੋਰਟਸ ਐਟ ਪ੍ਰੈਜ਼ੈਂਟ, ਠੀਕ ਹੈ। ਅਤੇ ਜਿਹੜੀ 25ਵੀਂ ਹਾਈ ਕੋਰਟ ਹੈ ਉਹ ਆਂਧਰਾ ਪ੍ਰਦੇਸ਼ ਦੀ ਹੀ ਹੈ, ਅਮਰਾਵਤੀ, ਠੀਕ ਹੈ। ਅਤੇ ਇਹ ਇੰਪੋਰਟੈਂਟ ਬਣਦੀ ਹੈ ਕਿਉਂਕਿ ਲਾਸਟ ਵਾਲੀ ਇਹੀ ਹੈ ਤਾਂ ਇਹ ਪੁੱਛੀ ਜਾ ਸਕਦੀ ਹੈ ਐਗਜ਼ਾਮ ਦੇ ਵਿੱਚ। ਅਤੇ ਹੁਣ ਜਦੋਂ 25ਵੀਂ ਆਂਧਰਾ ਪ੍ਰਦੇਸ਼ ਵਾਲੀ ਆਪਾਂ ਨੂੰ ਪਤਾ ਲੱਗ ਗਿਆ ਅਤੇ ਇਹਦੇ ਆਪਾਂ ਨੂੰ ਚੀਫ ਜਸਟਿਸ ਦਾ ਨਾਮ ਵੀ ਪਤਾ ਹੋਣਾ ਚਾਹੀਦਾ, JK ਮਹੇਸ਼ਵਰੀ। JK ਮਹੇਸ਼ਵਰੀ ਇਹਨਾਂ ਦਾ ਨਾਮ ਹੈ। ਕਲੀਅਰ ਹੈ। ਇਹ ਤੁਸੀਂ ਯਾਦ ਰੱਖਣਾ। ਇਸ ਤੋਂ ਇਲਾਵਾ ਜੇ ਮੈਂ ਰੇਲਵੇ ਜ਼ੋਨ ਦੀ ਗੱਲ ਕਰਾਂ, ਰੇਲਵੇ ਜ਼ੋਨ, ਟੋਟਲ ਨੰਬਰ ਆਫ ਰੇਲਵੇ ਜ਼ੋਨ ਜੇ ਪੁੱਛਣਾ ਤਾਂ ਉਹਦਾ ਆਂਸਰ ਹੋਊਗਾ 18। ਅਤੇ 18ਵਾਂ ਲੇਟੈਸਟ ਹੋ ਗਿਆ। ਇਟ ਮੀਨਸ ਜਿਹੜਾ 18th ਜਿਹੜਾ ਰੇਲਵੇ ਜ਼ੋਨ ਹੈਗਾ ਇਹ ਕਿਹੜਾ ਹੈਗਾ? ਸਾਊਥ ਕੋਸਟਲ ਰੇਲਵੇ ਜ਼ੋਨ। ਸਾਊਥ ਕੋਸਟਲ ਰੇਲਵੇ ਜ਼ੋਨ। ਅੱਛਾ, ਜੇ ਇਸ ਸਾਊਥ ਕੋਸਟਲ ਰੇਲਵੇ ਜ਼ੋਨ ਹੈ ਜਿਹੜਾ 18th ਹੈ, ਇਹਦਾ ਜੇਕਰ ਤੁਹਾਨੂੰ ਹੈੱਡਕੁਆਟਰ ਪੁੱਛ ਲੈਣ ਤਾਂ ਉਹਦਾ ਹੈੱਡਕੁਆਟਰ ਕਿੱਥੇ ਹੈ ਜੀ? ਵਿਸ਼ਾਖਾਪਟਨਮ ਦੇ ਵਿੱਚ ਹੈ। ਤਾਂ ਇਹ ਵੀ ਤੁਸੀਂ ਯਾਦ ਇਹ ਤੋਂ ਰੱਖਣਾ। ਰੇਲਵੇ ਜ਼ੋਨ ਹੋ ਗਿਆ, ਇੱਕ ਆਪਣਾ ਹੋ ਗਿਆ ਹਾਈ ਕੋਰਟ ਬਾਰੇ, ਇਹ ਤੁਸੀਂ ਆਂਧਰਾ ਪ੍ਰਦੇਸ਼ ਤੋਂ ਯਾਦ ਰੱਖਣਾ ਹੀ ਰੱਖਣਾ। ਇਸ ਤੋਂ ਇਲਾਵਾ ਜਿਹੜਾ 3 ਕੈਪੀਟਲਸ ਹੈ, ਫਿਊਚਰ ਦੇ ਵਿੱਚ ਇਹਦੀਆਂ 3 ਕੈਪੀਟਲਸ ਹੋਣਗੀਆਂ, ਇਹਦੇ ਰਿਗਾਰਡਿੰਗ ਵੀ ਬਿੱਲ ਪਾਇਆ ਹੋਇਆ। ਉਹ 3 ਜਿਹੜੀਆਂ ਕੈਪੀਟਲਸ ਨੇ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਉਹਨਾਂ ਦਾ ਕਿਹੜੀਆਂ ਨੇ। ਦੇਖੋ, ਅਮਰਾਵਤੀ ਹੋ ਗਈ, ਦੈਨ ਵਿਸ਼ਾਖਾਪਟਨਮ ਤੋਂ ਇਲਾਵਾ ਕੁਰਨੂਲ। ਅਮਰਾਵਤੀ, ਵਿਸ਼ਾਖਾਪਟਨਮ ਅਗੇਨ ਉਹੀ ਜਿੱਥੇ 18th ਜਿਹੜਾ ਰੇਲਵੇ ਜ਼ੋਨ ਹੈ ਇਹਦਾ ਹੈੱਡਕੁਆਟਰ ਹੈ। ਆਂਧਰਾ ਪ੍ਰਦੇਸ਼ ਤੋਂ ਇੱਕ ਚੀਜ਼ ਹੋਰ ਲਿੰਕ ਕਰ ਸਕਦੇ ਹੋ। ਇੱਕ ਹੋਰ ਨਿਊਜ਼ ਆਪਾਂ ਪ੍ਰੀਵੀਅਸ ਡੇਜ਼ ਦੇ ਵਿੱਚ ਕੀਤੀ ਸੀ ਆਂਧਰਾ ਪ੍ਰਦੇਸ਼ ਤੋਂ, ਉਹਦੇ ਅੱਗੇ ਵੀ YSR ਹੀ ਪੈਂਦਾ ਸੀ। YSR ਚਿਊਠਾ,
ਜੋ ਵੀ ਇਹਨਾਂ ਦਾ ਨੇਮ ਬਣ ਗਿਆ, ਠੀਕ ਹੈ। ਇਹ ਸੀਗੀ ਸਕੀਮ, ਇਹ ਵੀ ਆਂਧਰਾ ਪ੍ਰਦੇਸ਼ ਦੀ ਸੀਗੀ। ਇਹ ਸਕੀਮ ਦੇ ਤਹਿਤ ਜਿਹੜੀ COVID-19 ਕਰਕੇ, ਕਰੋਨਾ ਵਾਇਰਸ ਕਰਕੇ ਆਪਣੀ ਰੂਰਲ ਇਕੋਨਮੀ ਇਫੈਕਟ ਹੋਈ ਹੈ, ਉਹਨੂੰ ਠੀਕ ਕਰਨ ਦੇ ਰਿਗਾਰਡਿੰਗ ਇਹ ਸਕੀਮ ਸੀ। ਬਸ ਜਦੋਂ ਵੀ YSR ਆ ਗਿਆ, ਅੱਖਾਂ ਬੰਦ ਕਰਕੇ ਆਂਧਰਾ ਪ੍ਰਦੇਸ਼ ਤੁਸੀਂ ਆਂਸਰ ਟਿਕ ਕਰ ਦੇਣਾ, ਕੁਝ ਵੀ ਬਿਨਾਂ ਸੋਚੇ ਸਮਝੇ। ਕਲੀਅਰ ਹੈ ਜੀ। ਹਾਂਜੀ, ਅਗਲੀ ਨਿਊਜ਼ ਉੱਤੇ ਮੂਵ ਔਨ ਕਰਦੇ ਹਾਂ। ਕੇਰਲਾ ਤੋਂ ਅਗਲੀ ਨਿਊਜ਼, ਪ੍ਰਤੀਕਸ਼ਾ। ਪ੍ਰਤੀਕਸ਼ਾ ਇਹ ਕੀ ਹੈ? ਫਸਟ ਸੀ ਐਂਬੂਲੈਂਸ ਸਰਵਿਸ ਹੈ ਪ੍ਰਤੀਕਸ਼ਾ, ਜਿਹੜੀ ਕਿ ਕੇਰਲਾ ਨੇ ਲਾਂਚ ਕੀਤੀ ਹੈ। ਇੰਪੋਰਟੈਂਟ ਹੈ ਕਿਉਂਕਿ ਪਹਿਲੀ ਹੈ, ਪਹਿਲੀ ਕੋਈ ਵੀ ਚੀਜ਼ ਹੁੰਦੀ ਹੈ ਉਹ ਆਪਣੇ ਸਟੈਟਿਕ ਜੀ ਕੇ ਬਣੀ ਜਾਂਦੀ ਹੈ ਨਾ। ਫਸਟ ਕੀ ਹੈ? ਸੀ ਐਂਬੂਲੈਂਸ ਹੈ। ਐਂਬੂਲੈਂਸ ਦੀ ਸਰਵਿਸ ਨੂੰ ਹੋਰ ਵੀ ਕਨਵੀਨੀਅੰਟ ਕਰਨ ਦੇ ਲਈ ਇਹਨੂੰ ਲਾਂਚ ਕੀਤਾ ਗਿਆ ਹੈਗਾ ਸੀ ਐਂਬੂਲੈਂਸ। ਕਿਹਦੇ ਲਈ ਕਿਹਨੇ ਕੀਤਾ ਸਟਾਰਟ ਇਹਨੂੰ? ਕੇਰਲਾ ਨੇ। ਪ੍ਰਤੀਕਸ਼ਾ ਨਾਮ ਹੈ, ਇਹਦਾ ਨਾਮ ਯਾਦ ਰੱਖਣਾ। ਓਕੇ, ਜਿਹੜਾ ਹੁਣ ਇਹ ਪ੍ਰਤੀਕਸ਼ਾ ਹੈ, ਠੀਕ ਹੈ, ਇਹ ਤਾਂ ਹੈਗਾ ਤ੍ਰਿਵੇਂਦਰਪੁਰਮ ਕੇਰਲਾ ਦੇ ਵਿੱਚ ਹੀ ਹੈ ਨਾ, ਉੱਥੇ ਇਹਨੂੰ ਲਾਂਚ ਕੀਤਾ ਗਿਆ। ਜਿਹੜੀ ਸੈਕਿੰਡ ਸੀ ਐਂਬੂਲੈਂਸ ਸਰਵਿਸ ਹੈ, ਜਿਹੜੀ ਸੀ ਐਂਬੂਲੈਂਸ ਸਰਵਿਸ ਹੈ, ਉਹਦਾ ਨਾਮ ਹੈ ਪ੍ਰਤਿਊਸ਼ਾ, ਠੀਕ ਹੈ। ਇਹਨੂੰ ਇਰਾਵੈਂਕੁਲਮ ਦੇ ਵਿੱਚ ਇਹਨੂੰ ਲਾਂਚ ਕੀਤਾ ਗਿਆ। ਕਲੀਅਰ ਹੈ। ਅਤੇ ਜਿਹੜੀ ਥਰਡ ਸੀ ਐਂਬੂਲੈਂਸ ਸਰਵਿਸ ਹੈ, ਉਹਨੂੰ ਕਰੋਨੀਆ ਨਾਮ ਦੇ ਨਾਲ ਕੋਜ਼ੀਕੋੜੇ ਇੱਥੇ ਇਹਨੂੰ ਕੀ ਕੀਤਾ ਗਿਆ ਹੈਗਾ? ਲਾਂਚ ਕੀਤਾ ਗਿਆ। ਕਲੀਅਰ ਹੈ। ਇਹ ਸਾਰਾ ਤੁਸੀਂ ਯਾਦ ਰੱਖਣਾ। ਇਸ ਤੋਂ ਇਲਾਵਾ ਦੇਖੋ, ਜਦੋਂ ਵੀ ਕੇਰਲਾ ਆਊਗਾ, ਸਭ ਤੋਂ ਬੇਸਿਕ ਚੀਜ਼ ਇਹਦੇ ਬਾਰੇ ਕੀ ਹੈ? ਇੱਕ ਨੈਸ਼ਨਲ ਪਾਰਕ ਹੈ ਇੱਥੇ, ਪੈਰੀਆਰ ਨਾਮ ਦਾ, ਤਾਂ ਤੁਸੀਂ ਇਹਨੂੰ ਕੀ ਰੱਖਣਾ? ਯਾਦ ਰੱਖਣਾ। ਪੈਰੀਆਰ ਨੈਸ਼ਨਲ ਪਾਰਕ ਕਿੱਥੇ? ਕੇਰਲਾ ਦੇ ਵਿੱਚ ਹੈ। ਕਲੀਅਰ ਹੈ, ਯਾਦ ਰੱਖਣਾ। ਹਾਂਜੀ, ਆਪਾਂ ਨੈਕਸਟ ਮੰਥ ਦੀਆਂ ਇਸ ਤੋਂ ਬਾਅਦ ਆਪਾਂ ਸ਼ੁਰੂ ਕਰਨੀਆਂ ਨੇ। 31 ਅਗਸਤ ਤੋਂ ਬਾਅਦ ਆਪਣਾ ਸਤੰਬਰ ਆ ਜਾਊਗਾ। ਉਹ ਤੋਂ ਬਾਅਦ ਨਾ ਆਪਾਂ ਸਤੰਬਰ 'ਚ ਜਦੋਂ ਵੀ ਨਿਊਜ਼ ਕਰਨੀਆਂ ਨੇ, ਇੱਕ ਨਿਊ ਟਰਾਂਸਫੋਰਮੇਸ਼ਨ ਲੈ ਕੇ ਆਵਾਂਗੇ ਆਪਣੇ ਮੈਥਡ 'ਚ। ਕਿਸੇ ਵੀ ਸਟੇਟ ਦੀ ਨਿਊਜ਼ ਹੋਊਗੀ, ਆਂਧਰਾ ਪ੍ਰਦੇਸ਼ ਦੀ ਹੈ ਲਾਈਕ ਉੱਥੇ, ਠੀਕ ਹੈ। ਆਂਧਰਾ ਪ੍ਰਦੇਸ਼ ਹੈ, ਕੋਈ ਵੀ ਸਟੇਟ ਆਊਗੀ ਹੈ ਨਾ, ਉਹਦੇ 'ਚ ਆਪਾਂ 3 ਚੀਜ਼ਾਂ ਰਿਵਾਈਜ਼ ਕਰਾਂਗੇ। ਉਹਨਾਂ ਦੇ CM, ਗਵਰਨਰ ਅਤੇ ਚੀਫ ਜਸਟਿਸ, ਜੋ ਵੀ ਉਹਨਾਂ ਦੇ ਚੀਫ ਜਸਟਿਸ ਹੋਣਗੇ, ਉੱਥੋਂ ਦੀ ਜਿਹੜੀ ਹਾਈ ਕੋਰਟ ਪੈਂਦੀ ਹੈ, ਪਲੱਸ ਉਹ ਕਿਹੜੀ ਹਾਈ ਕੋਰਟ ਦੀ ਜੂਰੀਡਿਕਸ਼ਨ ਦੇ ਅੰਡਰ ਆਉਂਦੀ ਹੈ ਸਟੇਟ, ਉਹ ਚੀਜ਼ ਰਿਵਾਈਜ਼ ਕਰਾਂਗੇ। ਆਹ ਜਿਹੜੀਆਂ ਚੀਜ਼ਾਂ ਨੇਗੀਆਂ, ਇਹ ਆਪਾਂ ਹਰੇਕ ਸਟੇਟ ਤੋਂ ਰਿਵਾਈਜ਼ ਕਰਾਂਗੇ। ਅਤੇ ਆਈ ਪ੍ਰੋਮਿਸ ਦੈਟ ਕਿ ਜਿਹੜਾ ਨੈਕਸਟ ਮੰਥ ਹੋਊਗਾ ਸੈਪਟੰਬਰ ਦੇ ਵਿੱਚ, ਇਹ ਚੀਜ਼ਾਂ ਬੇਸਿਕ ਨੇ। ਦੇਖੋ, CM, ਗਵਰਨਰ ਵਗੈਰਾ ਅਤੇ ਚੀਫ ਜਸਟਿਸ ਯਾਦ ਕਰਨ 'ਚ ਬਹੁਤ ਪ੍ਰੋਬਲਮ ਆਉਂਦੀ ਹੈ, ਬਿਕੋਜ਼ ਜਦੋਂ ਇੱਥੇ ਆਪਣੇ ਆਪਸ਼ਨਸ ਹੁੰਦੀਆਂ ਨੇ ਨਾ, ਉਹ ਆਪਸ਼ਨ ਦੇ ਵਿੱਚ ਆਪਾਂ ਕਨਫਿਊਜ਼ ਹੋ ਜਾਂਦੇ ਹਾਂ। ਯਾਦ ਤਾਂ ਆਪਾਂ ਕੀਤੀ ਹੁੰਦੀ ਹੈ, ਬਟ ਉਹ ਕਨਫਿਊਜ਼ਨ ਕ੍ਰੀਏਟ ਕਰ ਦਿੰਦੇ ਆ। ਬਟ ਆਪਾਂ ਇੰਨੀ ਕੁ ਜ਼ਿਆਦਾ ਰੈਪੀਟੇਸ਼ਨ ਦੇ ਲਾਂਗੇ ਕਿ ਉਹ ਤੁਹਾਡੇ ਲਈ ਬਹੁਤ ਜ਼ਿਆਦਾ ਈਜ਼ੀ ਹੋ ਜਾਊਗਾ, ਠੀਕ ਹੈ। ਇੱਕ ਵਾਰੀ ਐਫਰਟ ਜ਼ਰੂਰ ਕਰਨਾ ਪਊਗਾ ਯਾਦ ਕਰਨ ਦੇ ਰਿਗਾਰਡਿੰਗ, ਬਟ ਉਸ ਤੋਂ ਬਾਅਦ ਕੀ ਬਹੁਤ ਜ਼ਿਆਦਾ ਸੌਖਾ ਹੋ ਜਾਊਗਾ ਤੁਹਾਡੇ ਲਈ, ਠੀਕ ਹੈ। ਤਾਂ ਨੈਕਸਟ ਮੰਥ ਦੇ ਵਿੱਚ ਆਪਾਂ ਇਹ ਚੀਜ਼ ਚੇਂਜ ਕਰਨੀ ਹੈ ਹਲਕੀ ਜੀ, ਠੀਕ ਹੈ। ਹਾਂਜੀ, ਨੈਕਸਟ ਆਪਣੀ ਨਿਊਜ਼ ਹੈਗੀ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ। ਜਿਹੜਾ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ, ਇਹ ਗੋਆ ਦੇ ਵਿੱਚ ਹੈ ਜਿਹੜਾ, ਇਹਨੂੰ ਹੈਲਡ ਕੀਤਾ ਗਿਆ ਹੈਗਾ। ਇਹਦਾ ਐਡੀਸ਼ਨ ਯਾਦ ਰੱਖਿਓ, 51st ਕੀ ਇਹਦਾ ਐਡੀਸ਼ਨ ਹੈਗਾ, ਇਹ ਵੀ ਤੁਸੀਂ ਯਾਦ ਰੱਖਣਾ। ਕਦੋਂ ਤੋਂ ਕਦੋਂ ਤੱਕ ਇਹ ਹੈਲਡ ਹੋਊਗਾ? 20 ਤੋਂ ਲੈ ਕੇ 28 ਨਵੰਬਰ ਤੱਕ। ਇਸ ਟਾਈਮ ਦੇ ਡਿਊਰਿੰਗ ਹੈ ਜਿਹੜਾ ਇਹ ਹੈਲਡ ਹੋਊਗਾ ਗੋਆ ਦੇ ਵਿੱਚ ਹੀ। ਦੇਖੋ, ਪ੍ਰੀਵੀਅਸ ਕਿੰਨੇ ਟਾਈਮ ਤੋਂ ਹੀ ਗੋਆ ਦੇ ਵਿੱਚ ਹੀ ਹੋਇਆ। ਪਿਛਲੇ ਸਾਲ ਦਾ ਵੀ ਗੋਆ 'ਚ ਹੋਇਆ ਸੀ, ਉਸ ਤੋਂ ਪਿਛਲਾ ਵੀ ਗੋਆ ਦਾ ਹੋਇਆ ਸੀਗਾ। ਨੀਅਰ ਅਬਾਊਟ 2006 ਤੋਂ ਬਾਅਦ ਵਾਲੇ ਜਿਹੜੇ ਸਾਰੇ ਨੇਗੇ, ਸਾਰੇ ਹੀ ਗੋਆ ਦੇ ਵਿੱਚ ਨੇ, ਠੀਕ ਹੈ। ਅਤੇ ਤੁਸੀਂ ਗੋਆ ਇੱਥੇ ਲਗਾ ਸਕਦੇ ਹੋ, ਕੋਈ ਇਸ਼ੂ ਨਹੀਂ ਹੈਗਾ। ਓਕੇ, ਅਤੇ ਇਸ ਤੋਂ ਬਾਅਦ ਇਹ ਯਾਦ ਰੱਖਣਾ, ਦੇਖੋ ਆਪਾਂ ਨੂੰ ਪਤਾ ਕਰੋਨਾ ਕਰਕੇ ਫਿਜ਼ੀਕਲੀ ਸਾਰੀ ਚੀਜ਼ਾਂ ਬੰਦ ਨੇਗੀਆਂ, ਸਭ ਕੁਝ ਵਿਰਚੁਅਲੀ ਹੋ ਰਿਹਾ ਹੈਗਾ, ਹੈ ਨਾ, ਵਿਰਚੁਅਲੀ ਹੋ ਰਿਹਾ। ਅਤੇ ਜਿਹੜਾ ਇਹ ਚੀਜ਼ ਹੈ ਔਨਲਾਈਨ, ਕਹਿਣ ਦਾ ਭਾਵ, ਤਾਂ ਇਹ ਵੀ ਵਿਰਚੁਅਲੀ ਹੀ ਹੋਊਗੀ ਜਿਹੜਾ ਇਹ ਫਿਲਮ ਫੈਸਟੀਵਲ ਹੋਣਾ। ਕਲੀਅਰ ਹੈ। ਇਸ ਤੋਂ ਬਾਅਦ ਤੁਸੀਂ ਇਹ ਯਾਦ ਰੱਖਣਾ ਹੈਗਾ, ਇਹ ਸਟਾਰਟ ਕਦੋਂ ਹੋਇਆ ਸੀਗਾ? ਜਿਹੜਾ ਗੋਆ ਫਿਲਮ ਫੈਸਟੀਵਲ ਹੈਗਾ, ਇੰਟਰਨੈਸ਼ਨਲ ਫਿਲਮ ਫੈਸਟੀਵਲ ਹੈ, ਇਹ ਸਟਾਰਟ ਕਦੋਂ ਹੋਇਆ ਸੀਗਾ? ਜਿਹੜਾ ਗੋਆ ਦੇ ਵਿੱਚ ਆਯੋਜਿਤ ਹੈਗਾ, 1952 ਦੇ ਵਿੱਚ ਇਹ ਸਟਾਰਟ ਹੋਇਆ ਸੀਗਾ, ਇਹ ਯਾਦ ਰੱਖ ਲਿਓ ਤੁਸੀਂ। ਹਾਂਜੀ, ਇੱਥੋਂ ਦੇ CM ਨੇ ਜਿਹੜੇ ਪ੍ਰਮੋਦ ਸਾਵੰਤ, ਉਹਨਾਂ ਦਾ ਨਾਮ ਹੈ। ਕਲੀਅਰ ਹੈ, ਯਾਦ ਰੱਖਣਾ। ਗਵਰਨਰ ਦਾ ਨਾਮ ਕੀ ਹੈ ਜੀ? ਭਗਤ ਸਿੰਘ ਕੋਸ਼ਿਆਰੀ। ਗਵਰਨਰ ਕਿਹੜੇ ਨੇਗੇ? ਭਗਤ ਸਿੰਘ ਕੋਸ਼ਿਆਰੀ। ਕਲੀਅਰ ਹੈ। ਹੁਣ ਅੱਛਾ, ਭਗਤ ਸਿੰਘ ਕੋਸ਼ਿਆਰੀ ਤੁਸੀਂ ਕਿਤੇ ਹੋਰ ਵੀ ਸੁਣਿਆ ਹੋਊਗਾ, ਮਹਾਰਾਸ਼ਟਰ ਦੇ ਗਵਰਨਰ ਸੀਗੇ ਇਹ। ਮਹਾਰਾਸ਼ਟਰ ਦੇ ਗਵਰਨਰ ਨੇ ਭਗਤ ਸਿੰਘ ਕੋਸ਼ਿਆਰੀ ਹੈ ਜਿਹੜੇ, ਬਟ ਇਹਨਾਂ ਨੂੰ ਗੋਆ ਦਾ ਜਿਹੜਾ ਐਡੀਸ਼ਨਲ ਚਾਰਜ ਦਿੱਤਾ। ਐਡੀਸ਼ਨਲ ਚਾਰਜ ਉਵੇਂ ਹੀ ਜਿਵੇਂ MP ਦਾ ਦਿੱਤਾ ਸੀਗਾ। MP ਦਾ ਆਨੰਦੀਬੇਨ ਪਟੇਲ ਨੂੰ ਮਿਲਿਆ ਸੀ ਨਾ, ਆਨੰਦੀਬੇਨ ਪਟੇਲ ਨੂੰ ਮਿਲਿਆ ਸੀ। ਵੈਸੇ ਤਾਂ UP ਦੇ ਸੀਗੇ, ਬਟ MP ਦਾ ਇਹਨਾਂ ਨੂੰ ਐਡੀਸ਼ਨਲ ਚਾਰਜ ਮਿਲ ਗਿਆ ਸੀਗਾ, ਠੀਕ ਹੈ। ਤਾਂ ਇਸੇ ਤਰੀਕੇ ਨਾਲ ਭਗਤ ਸਿੰਘ ਕੋਸ਼ਿਆਰੀ ਨੂੰ ਜਿਹੜਾ ਗੋਆ ਦਾ ਐਡੀਸ਼ਨਲ ਚਾਰਜ ਮਿਲਿਆ, ਠੀਕ ਹੈ। ਇਹ ਵੈਸੇ ਮਹਾਰਾਸ਼ਟਰ ਦੇ ਨੇ, ਕਿਉਂਕਿ ਜਿਹੜੇ ਗੋਆ ਦੇ ਸੀਗੇ ਨਾ, ਸੱਤੇਪਾਲ ਮਲਿਕ ਸੀਗੇ ਗੋਆ ਦੇ ਇਸ ਤੋਂ ਪਹਿਲਾਂ, ਠੀਕ ਹੈ। ਉਹਨਾਂ ਨੂੰ ਜਿਹੜਾ ਮੇਘਾਲਿਆ ਦਾ ਬਣਾਤਾ ਹੁਣ ਗਵਰਨਰ,
ਮੇਘਾਲਿਆ ਦਾ, ਠੀਕ ਹੈ। ਇਹ ਗਵਰਨਰਸ ਚੇਂਜ ਹੁੰਦੇ ਰਹਿੰਦੇ ਨੇ, ਕੋਈ ਇਸ਼ੂ ਨਹੀਂ ਹੈਗਾ, ਬਸ ਆਪਾਂ ਯਾਦ ਰੱਖਣਾ ਹੁੰਦਾ ਕਿ ਐਟ ਪ੍ਰੈਜ਼ੈਂਟ ਕੌਣ ਨੇ। ਕੋਈ ਗੱਲ ਨਹੀਂ, ਜੇ ਤੁਸੀਂ ਕਨਫਿਊਜ਼ ਵੀ ਹੋ ਰਹੇ ਹੋ ਇਹਦੇ ਵਿੱਚ ਇਹ ਚੀਜ਼ਾਂ 'ਚ ਹੈ ਨਾ ਵੀ ਕਿਹੜਾ ਕਦੋਂ ਹੈ, ਕਦੋਂ ਤੱਕ ਰਿਹਾ, ਆਪਾਂ ਨੂੰ ਯਾਦ ਨਹੀਂ ਰਹਿੰਦਾ। ਮੈਂ ਤੁਹਾਨੂੰ ਦੱਸ ਰਹੀ ਹਾਂ, ਨੈਕਸਟ ਵੀਡੀਓ ਤੋਂ, ਨੈਕਸਟ ਮੰਥ ਤੋਂ ਆਪਾਂ ਇਸ ਚੀਜ਼ ਨੂੰ ਫੋਕਸ ਕਰਕੇ ਚੱਲਾਂਗੇ, ਤੁਹਾਨੂੰ CM, ਗਵਰਨਰ ਅਤੇ ਚੀਫ ਜਸਟਿਸ ਪ੍ਰੋਪਰ ਤਰੀਕੇ ਨਾਲ ਯਾਦ ਰਹਿਣ। ਕਲੀਅਰ ਹੈ ਜੀ। ਨੈਕਸਟ ਨਿਊਜ਼ ਦੇ ਉੱਤੇ ਮੂਵ ਔਨ ਕਰਦੇ ਹਾਂ। ਨੈਕਸਟ ਆ ਗਈ ਬਹੁਤ ਇੰਪੋਰਟੈਂਟ ਨਿਊਜ਼ ਹੈ, ਨੈਸ਼ਨਲ ਸਪੋਰਟਸ ਅਵਾਰਡ 2020 ਤੋਂ ਇਹ ਨਿਊਜ਼ ਹੈਗੀ। ਇਹਦੇ ਵਿੱਚ ਦੇਖੋ ਜਿਹੜੇ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਨੈਸ਼ਨਲ ਸਪੋਰਟਸ ਅਵਾਰਡ ਨੇ ਜਿਹੜੇ ਉਹ ਡਿਸਟ੍ਰੀਬਿਊਟ ਕੀਤੇ ਜਾਣੇ ਨੇ, ਤਾਂ ਇਹ ਇੰਪੋਰਟੈਂਟ ਨਿਊਜ਼ ਹੈ, ਇਹਨੂੰ ਆਪਾਂ ਕਰਦੇ ਹਾਂ। ਹਾਂਜੀ, ਸਭ ਤੋਂ ਪਹਿਲਾਂ ਤੁਸੀਂ ਯਾਦ ਰੱਖਣਾ 29 ਅਗਸਤ ਨੂੰ ਨੈਸ਼ਨਲ ਸਪੋਰਟਸ ਡੇ ਹੈ ਜਿਹੜਾ ਮਨਾਇਆ ਜਾਂਦਾ ਹੈ। ਕਲੀਅਰ ਹੈ। ਅਤੇ ਇਸੇ ਦਿਨ ਹੀ ਨੈਸ਼ਨਲ ਸਪੋਰਟਸ ਅਵਾਰਡ ਵੀ ਡਿਸਟ੍ਰੀਬਿਊਟ ਕੀਤੇ ਜਾਂਦੇ ਨੇ। ਮੈਂ ਤੁਹਾਨੂੰ ਦੱਸਿਆ ਸੀ ਕੈਟਾਗਰੀ ਵਾਈਜ਼ ਪਿਛਲੀ ਵੀਡੀਓ ਦੇ ਵਿੱਚ ਵੀ ਕਿੰਨੇ ਅਵਾਰਡ ਦਿੱਤੇ ਜਾਣੇ ਆ ਇਸ ਵਾਰ। ਸਭ ਤੋਂ ਪਹਿਲਾਂ ਰਾਜੀਵ ਗਾਂਧੀ ਖੇਲ ਰਤਨ ਅਵਾਰਡ ਦੀ ਜੇ ਮੈਂ ਗੱਲ ਕਰਾਂ ਤਾਂ ਇਹਦੇ ਵਿੱਚ 5 ਜਣਿਆਂ ਨੂੰ ਅਵਾਰਡ ਦਿੱਤੇ ਜਾਣੇ। ਉਹ 5 ਦੇ ਮੈਂ ਨਾਮ ਇੱਥੇ ਮੈਂਸ਼ਨ ਕੀਤੇ ਨੇ, ਇਹ ਜਸਟ 5 ਹੀ ਨੇ, ਤਾਂ ਇਹ ਯਾਦ ਰੱਖਣੇ ਆ ਤੁਸੀਂ, ਠੀਕ ਹੈ। ਇਸ ਤੋਂ ਇਲਾਵਾ ਮੈਂ ਤੁਹਾਨੂੰ ਦੱਸਿਆ ਸੀਗਾ ਦਰੋਣਾਚਾਰਿਆ ਅਵਾਰਡ ਹੈ ਜਿਹੜਾ ਇਹ ਕੋਚਸ ਨੂੰ ਮਿਲਦਾ, ਬਹੁਤ ਇੰਪੋਰਟੈਂਟ ਹੈ। ਬਹੁਤ ਵਾਰ ਐਗਜ਼ਾਮ ਦੇ ਵਿੱਚ ਪੁੱਛ ਲੈਂਦੇ ਨੇ ਕੋਚਸ ਨੂੰ ਕਿਹੜਾ ਅਵਾਰਡ ਮਿਲਦਾ, ਉੱਥੇ ਆਪਸ਼ਨ ਦੇ ਵਿੱਚ ਤੁਹਾਨੂੰ ਸਾਰੇ ਅਵਾਰਡ ਦੇ ਦੇਣਗੇ। ਧਿਆਨ ਚੰਦ ਅਵਾਰਡ, ਰਾਜੀਵ ਗਾਂਧੀ ਖੇਲ ਰਤਨ ਅਵਾਰਡ, ਹੈ ਨਾ, ਅਰਜੁਨ ਅਵਾਰਡ, ਦਰੋਣਾਚਾਰਿਆ ਅਵਾਰਡ। ਤਾਂ ਕਰੈਕਟ ਆਨਸਰ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਦਰੋਣਾਚਾਰਿਆ ਜਿਹੜਾ ਅਵਾਰਡ ਹੈ ਕੋਚਸ ਨੂੰ ਮਿਲਦਾ ਬੇਸਿਕਲੀ ਇਹ, ਠੀਕ ਹੈ। 8+5 ਕਰਨਾ ਤੁਸੀਂ = 13, ਜਿਹੜਾ 8 ਅਵਾਰਡਸ ਨੇਗੇ ਇਹ ਲਾਈਫ ਟਾਈਮ ਕੈਟਾਗਰੀ ਦੇ ਵਿੱਚ ਮਿਲਣਗੇ, 5 ਮਿਲਣਗੇ ਰੈਗੂਲਰ ਦੇ ਵਿੱਚ, ਮਤਲਬ ਟੋਟਲ ਕਿੰਨੇ ਹੋ ਗਏ 13। ਇਹ ਵੀ ਤੁਸੀਂ ਯਾਦ ਰੱਖਣਾ ਹੈ। ਕਲੀਅਰ ਹੈ। ਉਸ ਤੋਂ ਬਾਅਦ ਆ ਗਿਆ ਜੀ ਅਰਜੁਨ ਅਵਾਰਡ ਦੀ, ਜੇ ਮੈਂ ਗੱਲ ਕਰਾਂ ਇਹ 27 ਪਰਸਨਸ ਨੂੰ ਮਿਲਣਾ ਹੈ ਇਸ ਵਾਰ। ਕਲੀਅਰ ਹੈ। ਧਿਆਨ ਚੰਦ ਅਵਾਰਡ, ਠੀਕ ਹੈ, ਤਾਂ ਇਹ 15 ਪਰਸਨਸ ਨੂੰ ਮਿਲਣਾ ਹੈ। ਜਿਹੜਾ ਇਹ ਆਪਣੇ ਨੈਸ਼ਨਲ ਸਪੋਰਟਸ ਅਵਾਰਡ ਦਿੱਤੇ ਜਾਂਦੇ ਨੇ, ਮੈਂ ਤੁਹਾਨੂੰ ਦੱਸਿਆ 29 ਅਗਸਤ ਨੂੰ ਇਹ ਦਿੱਤੇ ਜਾਂਦੇ ਨੇ। 29 ਅਗਸਤ ਨੂੰ ਮੇਜਰ ਧਿਆਨ ਚੰਦ ਸਿੰਘ ਜੀ ਦਾ ਕੀ ਹੁੰਦਾ, ਬਰਥ ਐਨੀਵਰਸਰੀ ਹੁੰਦੀ ਹੈ, ਇਹ ਵੀ ਤੁਸੀਂ ਯਾਦ ਰੱਖਣਾ ਹੈ। ਕਲੀਅਰ ਹੈ। ਹਾਂਜੀ, ਰਾਜੀਵ ਗਾਂਧੀ ਖੇਲ ਰਤਨ ਅਵਾਰਡ ਬਾਰੇ ਥੋੜ੍ਹਾ ਜਿਹਾ ਕਰ ਲੈਂਦੇ ਡਿਟੇਲ ਦੇ ਵਿੱਚ ਆਪਾਂ, ਕਿਉਂਕਿ ਇਹ 5 ਪਰਸਨਸ ਨੂੰ ਹੀ ਮਿਲਿਆ ਅਤੇ ਇਹ ਫਸਟ ਟਾਈਮ ਹੋ ਰਿਹਾ। ਦੇਖੋ ਕੁਐਸਚਨ ਸਾਰੇ ਨੋਟ ਕਰੀ ਜਾਈਓ, ਐਵੇਂ ਪਹਿਲੀ ਵਾਰੀ ਹੋਇਆ ਹੁਣ ਤੱਕ ਕਿ ਜਿਹੜਾ ਰਾਜੀਵ ਗਾਂਧੀ ਖੇਲ ਰਤਨ ਅਵਾਰਡ ਹੈ ਇਹ 5 ਪਰਸਨਸ ਨੂੰ ਇੱਕ ਸਾਥ ਮਿਲ ਰਿਹਾ ਹੋਵੇ, ਠੀਕ ਹੈ। ਇਹ ਤੁਸੀਂ ਯਾਦ ਰੱਖਣਾ ਹੈ। ਸੈਕਿੰਡ ਚੀਜ਼ ਕੀ ਯਾਦ ਰੱਖਣੀ ਹੈ, ਸਪੋਰਟਸ ਦੇ ਫੀਲਡ ਦਾ ਬਿਗੈਸਟ ਅਵਾਰਡ ਜੇ ਪੁੱਛ ਲੈਣ, ਸਪੋਰਟਸ ਦੇ ਫੀਲਡ ਦਾ ਜੇ ਤੁਹਾਨੂੰ ਬਿਗੈਸਟ ਅਵਾਰਡ ਪੁੱਛ ਲੈਣ ਕਿਹੜਾ, ਤਾਂ ਉਹ ਵੀ ਰਾਜੀਵ ਗਾਂਧੀ ਖੇਲ ਰਤਨ ਅਵਾਰਡ ਹੈ। ਇਹ ਹੋ ਗਈ ਇਹਦੇ ਰਿਗਾਰਡਿੰਗ ਬੇਸਿਕ ਇਨਫੋਰਮੇਸ਼ਨ, ਠੀਕ ਹੈ। ਅਤੇ ਸਭ ਤੋਂ ਪਹਿਲਾਂ ਇਹ ਸ਼ੁਰੂ ਕਦੋਂ ਹੋਇਆ ਸੀਗਾ, 1991-92 ਦੇ ਵਿੱਚ ਇਹ ਸਟਾਰਟ ਹੋਇਆ ਸੀਗਾ। ਅਤੇ ਇਹਦੇ ਫਸਟ ਰੈਸੀਪੈਂਟ ਕੌਣ ਸੀ ਜਿਨ੍ਹਾਂ ਨੂੰ ਇਹ ਅਵਾਰਡ ਰਾਜੀਵ ਗਾਂਧੀ ਖੇਲ ਰਤਨ ਅਵਾਰਡ ਰਿਸੀਵ ਹੋਇਆ ਸੀਗਾ, ਵਿਸ਼ਵਾਨਾਥਨ ਆਨੰਦ ਨੂੰ ਇਹ ਪਹਿਲੇ ਰੈਸੀਪੈਂਟ ਸੀਗੇ ਜਿਨ੍ਹਾਂ ਨੂੰ ਮਤਲਬ ਰਿਸੀਵਰ ਸੀਗੇ ਜਿਨ੍ਹਾਂ ਨੂੰ ਰਾਜੀਵ ਗਾਂਧੀ ਖੇਲ ਰਤਨ ਅਵਾਰਡ ਮਿਲਿਆ ਸੀਗਾ, ਠੀਕ ਹੈ। ਅਤੇ ਸ਼ਤਰੰਜ ਦੇ ਖਿਡਾਰੀ ਸੀਗੇ ਇਹ ਵੀ ਤੁਸੀਂ ਯਾਦ ਰੱਖਣਾ। ਇਸ ਤੋਂ ਇਲਾਵਾ ਹੁਣ ਕਿਹਨਾਂ ਨੂੰ 5 ਪਰਸਨਸ ਨੂੰ ਮਿਲ ਰਿਹਾ ਇਹ ਤੁਸੀਂ ਯਾਦ ਰੱਖ ਲਿਓ। ਦੇਖੋ ਰੋਹਿਤ ਸ਼ਰਮਾ ਨੇ ਜਿਹੜੇ, ਹੈ ਨਾ, ਰੋਹਿਤ ਸ਼ਰਮਾ ਨੂੰ ਮਿਲ ਰਿਹਾ, ਨਾਮ ਪੜ੍ਹਦੇ ਨੇ ਇੱਕ ਵਾਰ, ਸ਼੍ਰੀ ਮੈਰੀਅਪਨ ਟੀ ਪੈਂਦਾ ਪਿੱਛੇ ਇਹਨਾਂ ਦੇ, ਮਨੀਕਾ ਬੱਤਰਾ ਹੋ ਗਏ, ਵਿਨੇਸ਼ ਫੋਗਾਟ ਜੀ ਅਤੇ ਰਾਣੀ, ਠੀਕ ਹੈ। ਇਹਨਾਂ 5 ਪਰਸਨਸ ਨੂੰ ਮਿਲ ਰਿਹਾ। ਹੁਣ ਇਹ ਤੋਂ ਕੁਐਸਚਨ ਕਿਵੇਂ ਬਣ ਸਕਦਾ, ਦੇਖੋ ਤੁਹਾਨੂੰ ਔਡ 1 ਪੁੱਛ ਸਕਦੇ ਨੇ, ਤੁਹਾਨੂੰ ਪੁੱਛ ਲੈਣਗੇ ਕੁਐਸਚਨ ਦੇ ਵਿੱਚ ਕਿ ਇਸ ਵਾਰ ਜਿਹੜਾ ਰਾਜੀਵ ਗਾਂਧੀ ਖੇਲ ਰਤਨ ਅਵਾਰਡ ਹੈ ਫੋਲੋਇੰਗ ਦੇ ਵਿੱਚੋਂ ਕਿਹਨਾਂ ਨੂੰ ਮਿਲਿਆ ਜਾਂ ਕਿਹਨਾਂ ਨੂੰ ਨਹੀਂ ਮਿਲਿਆ। ਉਹਨਾਂ ਦੇ ਵਿੱਚੋਂ ਮੰਨ ਲਓ 4 ਆਪਸ਼ਨਸ ਦੇ ਦਿੱਤੀਆਂ ਤੁਹਾਨੂੰ, ਪਹਿਲੀਆਂ 3 ਮੰਨ ਲਓ ਆਹ ਦੇਤੀਆਂ ਅਤੇ ਚੌਥੀ ਕੋਈ ਹੋਰ ਪਰਸਨ ਦਾ ਨੇਮ ਦੇ ਦੇਣਗੇ ਤੁਹਾਨੂੰ ਹੋਰ ਦਾ ਉੱਥੇ ਔਡ 1 ਪੁੱਛ ਲੈਂਦੇ ਨੇ, ਤਾਂ ਉਹ ਚੌਥਾ ਆਪਸ਼ਨ ਹੀ ਆਨਸਰ ਹੋਊਗਾ। ਤਾਂ ਤੁਹਾਨੂੰ 5 ਦੇ ਨਾਮ ਨੇ ਜਿਹੜੇ ਯਾਦ ਹੋਣੇ ਚਾਹੀਦੇ ਆ। ਹਾਂਜੀ, ਰੋਹਿਤ ਸ਼ਰਮਾ ਨੇ ਜਿਹੜੇ ਇਹ ਆਪਣੇ ਹੈਗੇ ਕ੍ਰਿਕਟਰ, ਇਹਨਾਂ ਦੀ ਗੇਮ ਜ਼ਰੂਰ ਯਾਦ ਕਰ ਲਿਓ ਕਿਉਂਕਿ 5 ਹੀ ਨੇ, ਇਹ ਯਾਦ ਕਰ ਲਿਓ। ਇਹ ਹੈਗੇ ਨੇ ਜੀ ਸ਼੍ਰੀ ਮੈਰੀਅਪਨ ਪੈਰਾਥਲੀਟ, ਇਹ ਵੀ ਯਾਦ ਰੱਖ ਲਿਓ। ਮੇਨਿਕਾ ਬੱਤਰਾ ਟੇਬਲ ਟੈਨਿਸ ਦੇ ਖਿਡਾਰੀ ਹੈ, ਕਲੀਅਰ ਹੈ। ਵਿਨੇਸ਼ ਫੋਗਾਟ ਜੀ ਰੈਸਲਿੰਗ ਦੇ, ਅਤੇ ਰਾਣੀ ਜੀ ਹਾਕੀ, ਕਲੀਅਰ ਹੈ। ਇਹਨਾਂ ਦੀ ਕੈਟਾਗਰੀ ਵੀ ਯਾਦ ਰੱਖਿਓ, ਗੇਮ ਯਾਦ ਰੱਖਿਓ ਇਹਨਾਂ ਦੀ, ਕਲੀਅਰ ਹੈ। ਹਾਂਜੀ, ਇਹ ਸਾਰਾ ਕੁਛ ਯਾਦ ਰੱਖਣਾ। ਇਸ ਤੋਂ ਬਾਅਦ ਨੈਕਸਟ ਆ ਜਾਓ, ਨੈਕਸਟ ਕੀ ਲਿਖਿਆ, ਪ੍ਰਾਈਜ਼ ਮਨੀ ਆਫ ਰਾਜੀਵ ਗਾਂਧੀ ਖੇਲ ਰਤਨ ਅਵਾਰਡ ਰਾਈਜ਼ ਫਰੋਮ 7.5 ਲੱਖ to 25 ਲੱਖ। ਹਾਂਜੀ, ਜਿਹੜੀ ਪ੍ਰਾਈਜ਼ ਮਨੀ ਦਿੱਤੀ ਜਾਂਦੀ ਹੈ ਰਾਜੀਵ ਗਾਂਧੀ ਖੇਲ ਰਤਨ ਅਵਾਰਡ ਦੇ ਵਿੱਚ ਉਹਨੂੰ ਵਧਾ ਕੇ 7.5 ਲੱਖ ਤੋਂ 25 ਲੱਖ ਕਰਤਾ। ਵੈਰੀ ਇੰਪੋਰਟੈਂਟ। ਕਿੰਨਾ ਕਰਤੀ ਅਮਾਊਂਟ, 25 ਲੱਖ। ਇਹ ਤੁਸੀਂ ਯਾਦ ਰੱਖਣਾ। ਆਲਮੋਸਟ ਸਭ ਦੀ ਹੀ ਵਧਾਈ ਗਈ ਹੈ, ਤਾਂ ਆਪਾਂ ਬਾਕੀਆਂ ਦੀ ਵੀ ਗੱਲ ਕਰ ਲੈਂਦੇ ਹਾਂ। ਅਰਜੁਨ ਅਵਾਰਡ ਦੀ ਜਿਹੜੀ ਰਾਸ਼ੀ ਸੀਗੀ ਪਹਿਲਾਂ ਸੀਗੀ 5, ਹੁਣ 5 ਤੋਂ ਵਧਾ ਕੇ ਕਿੰਨੀ ਕਰਤੀ, 15 ਲੱਖ। 5 ਲੱਖ ਤੋਂ ਵਧਾ ਕੇ ਕਿੰਨੀ ਕਰਤੀ, 15 ਲੱਖ। ਇਹਨੂੰ ਯਾਦ ਰੱਖਣਾ ਹੈ। ਉਸ ਤੋਂ ਬਾਅਦ ਦਰੋਣਾਚਾਰਿਆ ਅਵਾਰਡ,
ਇਹਦੀ ਜਿਹੜੀ ਰਾਸ਼ੀ ਸੀ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਦੋ ਕੈਟਾਗਰੀਜ਼ ਦੇ ਵਿੱਚ ਮਿਲਦਾ, ਇੱਕ ਤਾਂ ਲਾਈਫ ਟਾਈਮ ਕੈਟਾਗਰੀ ਦੇ ਵਿੱਚ ਮਿਲਦਾ, ਇੱਕ ਰੈਗੂਲਰ ਦੇ ਵਿੱਚ। ਲਾਈਫ ਟਾਈਮ ਕੈਟਾਗਰੀ ਦੀ ਪਹਿਲਾਂ 5 ਲੱਖ ਦੀ ਰਾਸ਼ੀ ਸੀ, ਜਿਹੜੀ ਕਿ ਹੁਣ ਵਧਾ ਕੇ 15 ਲੱਖ ਕਰਤੀ। ਕਲੀਅਰ ਹੈ। ਰੈਗੂਲਰ ਦੀ ਵੀ 5 ਲੱਖ ਦੀ ਪਹਿਲਾਂ ਰਾਸ਼ੀ ਸੀ, ਹੁਣ ਇਹਨੂੰ ਵਧਾ ਕੇ ਕਿੰਨਾ ਕਰਤਾ, 10 ਲੱਖ ਕਰਤਾ। ਦੋਨਾਂ ਦੀ 5-5 ਸੀ, ਇਹਨੂੰ ਤਾਂ 15 ਕਰਤਾ, ਇਹਨੂੰ 10 ਕਰਤਾ। ਯਾਦ ਰੱਖਣਾ ਇਹਨੂੰ ਕਲੀਅਰਲੀ, ਠੀਕ ਹੈ। ਧਿਆਨ ਚੰਦ ਅਵਾਰਡ, ਧਿਆਨ ਚੰਦ ਅਵਾਰਡ, ਇਹਦੀ ਜਿਹੜੀ ਰਾਸ਼ੀ ਸੀ ਪਹਿਲਾਂ 5 ਲੱਖ ਦੀ ਸੀ, ਹੁਣ ਇਹਨੂੰ ਇਨਕਰੀਜ਼ ਕਰਕੇ ਕਿੰਨਾ ਕਰਤਾ, 10 ਲੱਖ। ਕਿੰਨਾ ਕਰਤਾ, 10 ਲੱਖ। ਇਹ ਵੀ ਯਾਦ ਤੁਸੀਂ ਰੱਖਣਾ। ਹਾਂਜੀ, ਇਹ ਹੋ ਗਈ ਆਪਣੀ ਬੇਸਿਕ ਇਨਫੋਰਮੇਸ਼ਨ। ਇਹ ਸਾਰੀ ਤੁਸੀਂ ਯਾਦ ਰੱਖਣੀ, ਕੁਐਸਚਨ ਇਹ ਤੋਂ ਬਣ ਸਕਦਾ, ਤਾਂ ਇਹਨੂੰ ਤੁਸੀਂ ਯਾਦ ਰੱਖਣਾ। ਨੈਕਸਟ 'ਤੇ ਮੂਵ ਔਨ ਕਰਦੇ ਹਾਂ। ਨੈਕਸਟ ਨਿਊਜ਼ ਹੈ ਨਿਊ ਸਟਾਰਟਅਪਸ ਤੋਂ ਹੈ ਜੀ। ਚੁਣੌਤੀ ਨਾਮ ਦਾ ਨਿਊ ਸਟਾਰਟਅਪ ਹੈ। ਨੈਕਸਟ ਜਨਰੇਸ਼ਨ ਸਟਾਰਟਅਪ ਚੈਲੰਜ ਕੰਪੀਟੀਸ਼ਨ ਲਾਂਚ ਬਾਏ ਰਵੀ ਸ਼ੰਕਰ ਪ੍ਰਸਾਦ ਯੂਨੀਅਨ ਇਲੈਕਟ੍ਰੀਕਲ ਐਂਡ IT ਮਿਨਿਸਟਰ। ਪਹਿਲਾਂ ਤਾਂ ਇਹ ਯਾਦ ਰੱਖਣਾ, ਨੈਕਸਟ ਜਨਰੇਸ਼ਨ ਸਟਾਰਟਅਪ ਚੈਲੰਜ ਕੰਪੀਟੀਸ਼ਨ ਹੈ ਜਿਹੜਾ, ਉਹਦਾ ਨਾਮ ਕੀ ਹੈ, ਚੁਣੌਤੀ। ਇਹਨੂੰ ਲਾਂਚ ਕਿਹਨੇ ਕੀਤਾ ਹੈ, ਰਵੀ ਸ਼ੰਕਰ ਪ੍ਰਸਾਦ ਜੀ ਨੇ, ਜਿਹੜੇ ਕਿ ਆਪਣੇ ਯੂਨੀਅਨ ਇਲੈਕਟ੍ਰੀਕਲ ਅਤੇ IT ਮਤਲਬ ਹੁੰਦਾ ਇਨਫੋਰਮੇਸ਼ਨ ਟੈਕਨੋਲੋਜੀ। ਇਨਫੋਰਮੇਸ਼ਨ ਟੈਕਨੋਲੋਜੀ ਦਾ ਮਤਲਬ ਹੁੰਦਾ ਉਹ ਮਿਨਿਸਟਰ ਨੇ ਆਪਣੇ ਕੀ ਕੀਤਾ, ਇਹਨੂੰ ਲਾਂਚ ਕੀਤਾ। ਠੀਕ ਹੈ, ਇਹ ਯਾਦ ਰੱਖਣਾ। ਹੁਣ ਇਹ ਕਿਸ ਚੀਜ਼ ਦੇ ਰਿਗਾਰਡਿੰਗ ਹੈਗਾ, ਨਵੇਂ ਸਟਾਰਟਅਪਸ ਹੁੰਦੇ ਨੇ ਜਿਹੜੇ ਸਟਾਰਟਅਪਸ ਹੈ ਤਾਂ ਓਬਵੀਅਸਲੀ ਸਟਾਰਟਅਪਸ ਹੈ, ਠੀਕ ਹੈ, ਉਹਦੇ ਲਈ। ਅਤੇ ਸੋਫਟਵੇਅਰ ਹੋ ਗਏ ਆਪਣੇ ਸੋਫਟਵੇਅਰ, ਇਹਦੀ ਡਿਵੈਲਪਮੈਂਟ ਦੇ ਲਈ, ਇਹਨੂੰ ਬੜਾਵਾ ਦੇਣ ਦੇ ਲਈ ਜਿਹੜਾ ਇਹਨੂੰ ਲਾਂਚ ਕੀਤਾ ਗਿਆ। ਕਲੀਅਰ ਹੈ। ਇਸ ਤੋਂ ਇਲਾਵਾ ਜਿਹੜਾ ਇਹ ਚੁਣੌਤੀ ਹੈ ਨਾ, ਇਹਦੀ ਇੱਕ ਫੁੱਲ ਫਾਰਮ ਵੀ ਹੈਗੀ ਆ। ਫੁੱਲ ਫਾਰਮ ਕਲੀਅਰਲੀ ਨੋਟ ਕਰ ਲਿਓ, ਮੈਂ ਲਿਖ ਦਿੰਦੀ ਹਾਂ ਇੱਕ ਵਾਰ। ਚੈਲੰਜ ਹੰਟ ਅੰਡਰ NGIS ਫॉर advanced inhabited technology ਇੰਟਰਵੈਂਸ਼ਨ। ਦੁਬਾਰਾ ਬੋਲ ਦਿੰਦੀ ਹਾਂ, ਚੁਣੌਤੀ ਦੀ ਫੁੱਲ ਫਾਰਮ ਕੀ ਹੈ, ਚੈਲੰਜ ਹੰਟ ਅੰਡਰ NGIS ਫॉर ਐਡਵਾਂਸਡ ਇਨਹੈਬਿਟਡ ਟੈਕਨੋਲੋਜੀ ਇੰਟਰਵੈਂਸ਼ਨ। ਕਲੀਅਰ ਹੈ। ਇਹ ਵੀ ਤੁਸੀਂ ਯਾਦ ਤੋਂ ਰੱਖ ਲਿਓ। ਸਟਾਰਟਅਪਸ ਦੇ ਲਈ ਹੈ, ਸੋਫਟਵੇਅਰ ਨੂੰ ਡਿਵੈਲਪ ਕਰਨ ਦੇ ਲਈ ਹੈ, ਉਹਨੂੰ ਬੜਾਵਾ ਦੇਣ ਦੇ ਰਿਗਾਰਡਿੰਗ ਹੈ। ਇਹ ਚੁਣੌਤੀ ਨਾਮ ਦਾ ਲਾਂਚ ਕਿਹਨੇ ਕੀਤਾ, ਰਵੀ ਸ਼ੰਕਰ ਪ੍ਰਸਾਦ ਜੀ ਨੇ। ਇਹ ਵੀ ਯਾਦ ਰੱਖਣਾ ਤੁਸੀਂ ਕਿਹੜੇ ਮਿਨਿਸਟਰ ਨੇ ਇਹ। ਕਲੀਅਰ ਹੈ। ਹਾਂਜੀ, ਅਗਲੀ ਨਿਊਜ਼ 'ਤੇ ਚੱਲਦੇ ਹਾਂ। ਨੈਕਸਟ ਆ ਗਈ ਇੱਕ ਆਪਣੀ ਨਵੀਂ ਕੈਂਪੇਨ, ਨਿਊ ਕੈਂਪੇਨ ਹੈ ਜੀ, ਦਿੱਲੀ ਨੇ ਲਾਂਚ ਕੀਤੀ ਹੈ ਇਹ। ਦਿੱਲੀ ਨੇ ਲਾਂਚ ਕੀਤੀ ਹੈ ਨਿਊ ਕੈਂਪੇਨ, ਹੈਲਥੀ ਬੋਡੀ ਐਂਡ ਹੈਲਥੀ ਬ੍ਰੇਨ ਕੈਂਪੇਨ। ਠੀਕ ਹੈ, ਇਹਨੂੰ ਤੁਸੀਂ ਯਾਦ ਰੱਖਣਾ। ਇਹ ਕਿਸ ਚੀਜ਼ ਦੇ ਰਿਗਾਰਡਿੰਗ ਹੈ, ਜਿਹੜੇ ਦੇਖੋ ਸਟੂਡੈਂਟ ਹੁਣ ਲੇਜ਼ੀ ਹੋ ਗਏ ਆ ਹੈ ਨਾ, ਡਿਊ ਟੂ COVID-19 ਹੈ ਨਾ, COVID-19 ਕਰਕੇ ਉਹ ਲੇਜ਼ੀ ਹੋ ਗਏ, ਪੜ੍ਹ ਨਹੀਂ ਰਹੇ, ਸਟੱਡੀ ਵੱਲ ਬਿਲਕੁਲ ਧਿਆਨ ਨਹੀਂ ਦਿੰਦੇ ਹੈ ਨਾ, ਮਤਲਬ ਆਪਣਾ ਸਾਰਾ ਦਿਨ ਪਏ ਰਹਿੰਦੇ ਹੈ ਨਾ, TV ਦੇਖ ਲਿਆ, ਮੋਬਾਈਲ ਚੱਕ ਲਿਆ, ਲਾਈਕ ਲੇਜ਼ੀ ਹੋ ਗਏ ਸਟੂਡੈਂਟਸ। ਕਿਹਦੇ ਕਰਕੇ, ਕੋਵਿਡ ਕਰਕੇ ਹੈ ਨਾ। COVID-19 ਦੀ ਮੈਂ ਤੁਹਾਨੂੰ ਫੁੱਲ ਫਾਰਮ ਵੀ ਦੱਸੀ ਸੀ, ਕਰੋਨਾ ਵਾਇਰਸ ਡਿਸੀਜ਼ 2019। ਠੀਕ ਹੈ, ਇਹਦੇ ਕਰਕੇ ਜਿਹੜੇ ਲੇਜ਼ੀ ਹੋ ਗਏ ਸਟੂਡੈਂਟਸ, ਉਹਨਾਂ ਨੂੰ ਦੁਬਾਰਾ ਤੋਂ ਸਟੱਡੀ ਪ੍ਰਤੀ ਜਿਹੜਾ ਅਵੇਅਰਨੈਸ ਲਿਆਉਣ ਲਈ, ਉਹਨਾਂ ਦੇ ਵਿੱਚ ਇਨਕਰੇਜਮੈਂਟ ਲਿਆਉਣ ਦੀ, ਕਿ ਉਹ ਵੱਧ ਤੋਂ ਵੱਧ ਹੁਣ ਦੁਬਾਰਾ ਤੋਂ ਸਟੱਡੀ ਆਪਦੀ ਸਟਾਰਟ ਕਰ ਦੇਣ, ਉਹਦੇ ਰਿਗਾਰਡਿੰਗ ਇਹ ਜਿਹੜਾ ਦਿੱਲੀ ਗਵਰਨਮੈਂਟ ਨੇ ਇਹ ਕੈਂਪੇਨ ਲਾਂਚ ਕੀਤਾ, ਹੈਲਦੀ ਬੋਡੀ ਐਂਡ ਹੈਲਦੀ ਬ੍ਰੇਨ। ਕਲੀਅਰ ਹੈ, ਇਹ ਤੁਸੀਂ ਯਾਦ ਰੱਖਣਾ। ਅੱਛਾ, ਹੁਣ ਇਹ ਕਿਵੇਂ ਮਤਲਬ ਇਨਕਰੇਜ ਕਰਨਗੇ, ਕਿਵੇਂ ਅਵੇਅਰਨੈਸ ਫੈਲਾਉਣਗੇ ਹੈ ਨਾ, YouTube ਬੈਸਟ ਥਿੰਗ ਹੈ ਨਾ, YouTube ਦੇ ਚੈਨਲ ਦੇ ਥਰੂ ਹੈ ਜਿਹੜਾ ਮਤਲਬ ਇਹ ਸਟੱਡੀ ਅਵੇਅਰਨੈਸ ਕੈਂਪੇਨ ਹੈ ਜਿਹੜਾ, ਇਹਨੂੰ ਜ਼ਿਆਦਾ ਬੜਾਵਾ ਦਿੱਤਾ ਜਾਊਗਾ। ਠੀਕ ਹੈ, ਇਹ ਸਾਰਾ ਕੁਝ ਤੁਸੀਂ ਇਹ ਤੋਂ ਯਾਦ ਰੱਖਣਾ ਹੈ। ਹਾਂਜੀ, ਦਿੱਲੀ ਆਇਆ। ਹੁਣ ਦਿੱਲੀ ਤੋਂ ਆਪਾਂ ਇੱਕ ਚੀਜ਼ ਹੋਰ ਰਿਵਾਈਜ਼ ਕਰ ਲੈਂਦੇ ਹਾਂ, ਪ੍ਰੀਵੀਅਸ ਡੇਜ਼ ਦੇ ਵਿੱਚ ਕੋਈ ਦਿੱਲੀ ਤੋਂ ਨਿਊਜ਼ ਆਈ ਹੋਵੇ। ਹਾਂਜੀ, ਬਿਲਕੁਲ ਆਈ ਸੀਗੀ। ਇਲੈਕਟ੍ਰੀਕਲ ਵਹੀਕਲ ਪੋਲਿਸੀ ਦਿੱਲੀ ਤੋਂ ਨਿਊਜ਼ ਆਈ ਸੀ। ਇਹ ਕਿਸ ਚੀਜ਼ ਦੇ ਰਿਗਾਰਡਿੰਗ ਹੈ, ਇਹ ਜਿਹੜੇ ਮਤਲਬ ਇਲੈਕਟ੍ਰੀਕਲ ਹੋ ਜਾਣਗੇ ਵਹੀਕਲ, ਇਸ ਚੀਜ਼ ਦੇ ਰਿਗਾਰਡਿੰਗ ਹੈ, ਜਿਹਦੇ ਨਾਲ ਕੀ ਹੋਊਗਾ, ਪੋਲਿਊਸ਼ਨ ਵਗੈਰਾ ਘੱਟ ਹੋਊਗਾ। ਇਸ ਚੀਜ਼ ਦਾ ਬੈਨੀਫਿਟ ਕੀ ਹੈ ਕਿ ਰਜਿਸਟ੍ਰੇਸ਼ਨ ਕੋਸਟ ਅਤੇ ਰੋਡ ਟੈਕਸ ਵਗੈਰਾ ਮਤਲਬ ਨਹੀਂ ਹੋਊਗਾ ਇਸ ਦੇ ਵਿੱਚ। ਅਤੇ ਇਹ ਬੇਸਿਕਲੀ ਇਸੇ ਲਈ ਹੈ ਕਿਉਂਕਿ ਪੋਲਿਊਸ਼ਨ ਫੈਲ ਰਿਹਾ, ਵੱਧ ਤੋਂ ਵੱਧ ਧੂਏ ਨਾਲ ਜਿਹੜਾ ਆਪਣਾ ਇਨਵਾਇਰਮੈਂਟ ਹੈ ਖਰਾਬ ਹੁੰਦਾ, ਉਸ ਚੀਜ਼ ਨੂੰ ਘੱਟ ਕਰਨ ਦੇ ਲਈ ਵਹੀਕਲ ਨੂੰ ਇਲੈਕਟ੍ਰਿਕ ਵੇ ਨਾਲ ਕਰਨ ਦੀ ਲਾਂਚ, ਇਸ ਚੀਜ਼ ਦੇ ਰਿਗਾਰਡਿੰਗ ਹੈ ਜਿਹੜੀ ਇਹ ਸਕੀਮ ਹੈ, ਇਹਨੂੰ ਯਾਦ ਰੱਖਣਾ ਤੁਸੀਂ। ਇਸ ਤੋਂ ਇਲਾਵਾ ਜੀ ਇਹਦੇ CM ਨੇ ਜਿਹੜੇ, ਦਿੱਲੀ ਦੇ CM ਨੇ ਅਰਵਿੰਦ ਕੇਜਰੀਵਾਲ, ਪਤਾ ਹੀ ਹੈ ਤੁਹਾਨੂੰ ਸਾਰਿਆਂ ਨੂੰ, ਤੀਜੀ ਵਾਰ ਬਣੇ ਨੇ। ਲੈਫਟੀਨੈਂਟ ਗਵਰਨਰ ਦੀ ਜੇ ਮੈਂ ਗੱਲ ਕਰਾਂ, ਅਨਿਲ ਬਾਈਜਲ। ਠੀਕ ਹੈ, ਇਹ ਸਾਰਾ ਕੁਝ ਯਾਦ ਰੱਖਣਾ ਹੈ। ਹਾਂਜੀ, ਥੈਂਕਸ ਫॉर ਵਾਚਿੰਗ ਦਿਸ ਵੀਡੀਓ। ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ। ਇੱਕ ਵਾਰੀ ਆਪਾਂ ਕੀ ਕਰਦੇ ਹਾਂ, ਸਟਾਰਟਿੰਗ ਤੋਂ ਇੱਕ ਵਾਰੀ ਸਾਰੀਆਂ ਨਿਊਜ਼ ਨੂੰ ਸਮ ਅਪ ਕਰ ਦਿੰਦੇ ਹਾਂ ਹੈ ਨਾ, ਐਂਡ ਕਰਨ ਤੋਂ ਪਹਿਲਾਂ। ਹਾਂਜੀ, ਨਿਊ ਸਕੀਮ ਆਪਾਂ ਕੀਤੀ ਸੀ ਆਂਧਰਾ ਪ੍ਰਦੇਸ਼ ਤੋਂ, YSR ਵਿਹਾਦਰੀ ਲਿਫਟ ਇਰੀਗੇਸ਼ਨ ਸਕੀਮ ਸੀਗੀ ਜਿਹੜੀ। YSR ਤੋਂ ਯਾਦ ਰੱਖਣਾ, ਜਦੋਂ ਵੀ YSR ਆ ਗਿਆ ਬਸ ਆਂਧਰਾ ਪ੍ਰਦੇਸ਼ ਹੀ ਉਹਦਾ ਆਂਸਰ ਹੋਊਗਾ। ਠੀਕ ਹੈ, ਕਿਉਂਕਿ YSR ਪਾਰਟੀ ਹੈ ਉੱਥੋਂ ਦੀ। ਕੇਰਲਾ ਤੋਂ ਕੀਤਾ ਸੀ ਪ੍ਰਤੀਕਸ਼ਾ, ਫਸਟ ਸੀ ਐਂਬੂਲੈਂਸ ਸਰਵਿਸ।
ਸੈਕਿੰਡ ਵੀ ਹੈਗੀ ਉਹਦਾ ਨਾਮ ਪ੍ਰਤਿਊਸ਼ਾ ਹੈ। ਜਿਹੜੀ ਫਸਟ ਵਾਲੀ ਹੈ ਇਹ ਤਾਂ ਤ੍ਰਿਵੇਂਦਰਮਪੁਰਮ ਦੇ ਲਈ ਹੈ। ਸੈਕਿੰਡ ਵਾਲੀ ਪ੍ਰਤਿਊਸ਼ਾ ਜਿਹੜੀ ਇਰਵੈਂਕੁਲਮ ਦੇ ਲਈ ਹੈ। ਥਰਡ ਸੀ ਐਂਬੂਲੈਂਸ ਸਰਵਿਸ ਕਰੋਨੀਆ ਨਾਮ ਦੀ, ਤੇ ਜਿਹੜੀ ਕੋਜ਼ੀਕੋਡ 'ਚ ਸਟਾਰਟ ਕੀਤੀ ਹੈ। ਕਲੀਅਰ ਹੈ। ਪੈਰੀਆਰ ਨੈਸ਼ਨਲ ਪਾਰਕ ਕੀਤਾ ਯਾਦ ਰੱਖਣਾ ਹੈ। ਇੰਟਰਨੈਸ਼ਨਲ ਫਿਲਮ ਫੈਸਟੀਵਲ ਗੋਆ ਤੋਂ ਕੀਤਾ ਸੀ ਆਪਾਂ 51st ਇਹਦਾ ਐਡੀਸ਼ਨ ਹੈਗਾ, ਯਾਦ ਰੱਖਣਾ ਤੁਸੀਂ। 20 ਤੋਂ 28 ਨਵੰਬਰ ਦੇ ਵਿੱਚ ਵਿਰਚੁਅਲੀ ਇਹਨੂੰ ਲਾਂਚ ਕੀਤਾ ਜਾਊਗਾ। ਸਟਾਰਟ 1952 ਦੇ ਵਿੱਚ ਹੋਇਆ ਸੀਗਾ। ਕਲੀਅਰ ਹੈ। ਪ੍ਰਮੋਦ ਸਾਵੰਤ ਜੀ ਗੋਆ ਦੇ ਕੀ ਨੇ ਸੀਐਮ, ਗਵਰਨਰ ਭਗਤ ਸਿੰਘ ਕੋਸ਼ਿਆਰੀ, ਇਹਨਾਂ ਨੂੰ ਐਡੀਸ਼ਨਲ ਚਾਰਜ ਮਿਲਿਆ ਹੋਇਆ, ਬਟ ਹੈ ਕਿਹਦੇ ਇਹ ਮਹਾਰਾਸ਼ਟਰ ਦੇ ਨੇ। ਜਿਹੜੇ ਗੋਆ ਦੇ ਸੀਗੇ ਸੱਤਿਆਪਾਲ ਮਲਿਕ, ਉਹਨਾਂ ਨੂੰ ਮੇਘਾਲਿਆ ਦਾ ਜਿਹੜਾ ਬਣਾਤਾ, ਦੈਟਸ ਇਹਨਾਂ ਨੂੰ ਕੀ ਮਿਲਿਆ ਹੈਗਾ ਐਡੀਸ਼ਨਲ ਚਾਰਜ। ਨੈਸ਼ਨਲ ਸਪੋਰਟਸ ਅਵਾਰਡਸ ਤੋਂ ਆਪਾਂ ਕੀਤਾ ਕਿ ਜਿਹੜਾ 29 ਅਗਸਤ ਹੈ ਇਹਨੂੰ ਨੈਸ਼ਨਲ ਸਪੋਰਟਸ ਡੇ ਦੇ ਤੌਰ 'ਤੇ ਮਨਾਇਆ ਜਾਂਦਾ ਹੈ ਨਾ। ਅਤੇ ਨੈਸ਼ਨਲ ਸਪੋਰਟਸ ਅਵਾਰਡਸ ਵੀ ਇਸ ਦਿਨ ਡਿਸਟਰੀਬਿਊਟ ਕੀਤੇ ਜਾਂਦੇ ਨੇ। ਰਾਜੀਵ ਗਾਂਧੀ ਖੇਲ ਰਤਨ ਅਵਾਰਡ 5 ਜਣਿਆਂ ਨੂੰ ਦਿੱਤਾ ਗਿਆ, 13 ਨੂੰ ਦਿੱਤਾ ਗਿਆ ਦਰੋਣਾਚਾਰਿਆ, 27 ਨੂੰ ਅਰਜੁਨ ਅਵਾਰਡ ਅਤੇ 15 ਨੂੰ ਧਿਆਨ ਚੰਦ। ਠੀਕ ਹੈ। ਸਪੋਰਟਸ ਦੇ ਫੀਲਡ ਦਾ ਸਭ ਤੋਂ ਵੱਡਾ ਜਿਹੜਾ ਅਵਾਰਡ ਹੈ ਉਹ ਰਾਜੀਵ ਗਾਂਧੀ ਖੇਲ ਰਤਨ ਅਵਾਰਡ ਹੀ ਹੈ। 5 ਪਰਸਨਸ ਨੂੰ ਮਿਲਿਆ। ਰੋਹਿਤ ਸ਼ਰਮਾ, ਇਹਨਾਂ 5 ਦੇ ਨੇਮ ਤੁਸੀਂ ਪੜ੍ਹ ਲਿਓ, ਔਡ ਵਨ ਪੁੱਛ ਸਕਦੇ ਨੇ। ਠੀਕ ਹੈ। ਇਹ ਯਾਦ ਰੱਖਣਾ। 1991 ਟੂ 1992 ਦੇ ਡਿਊਰਿੰਗ ਇਹ ਸਟਾਰਟ ਹੋਇਆ ਸੀਗਾ। ਫਸਟ ਰੈਸੀਪੈਂਟ ਜਿਹੜੇ ਅੱਜ ਰਾਜੀਵ ਗਾਂਧੀ ਖੇਲ ਰਤਨ ਅਵਾਰਡ ਦੇ ਨੇ, ਵਿਸ਼ਵਾਨਾਥਨ ਆਨੰਦ ਉਹਨਾਂ ਦਾ ਨਾਮ ਹੈ, ਸ਼ਤਰੰਜ ਦੇ ਖਿਡਾਰੀ ਹੈ। ਠੀਕ ਹੈ ਜੀ। ਪ੍ਰਾਈਜ਼ ਮਨੀ ਦੀਆਂ ਜਿਹੜੀ ਇਸ ਦੇ ਲਈ ਉਹਨੂੰ ਇਨਕਰੀਜ਼ ਕਰਤਾ, 15 ਲੱਖ ਤੱਕ ਵਧਾਤਾ। ਅਰਜੁਨ ਅਵਾਰਡ ਦੀ 15 ਲੱਖ ਕਰਤੀ, ਦਰੋਣਾਚਾਰਿਆ ਦੀ ਲਾਈਫ ਟਾਈਮ ਦੀ ਵੀ 15 ਲੱਖ ਕਰਤੀ, ਰੈਗੂਲਰ ਦੀ 10 ਲੱਖ ਕਰਤੀ ਵਧਾ ਕੇ, ਧਿਆਨ ਚੰਦ ਅਵਾਰਡ ਦੀ ਰਾਸ਼ੀ 10 ਲੱਖ ਕਰਤੀ। ਠੀਕ ਹੈ। ਇਸ ਤੋਂ ਇਲਾਵਾ ਆਪਾਂ ਨੈਕਸਟ ਕੀਤਾ ਸੀਗਾ ਨਿਊ ਸਟਾਰਟਅਪਸ ਚੁਣੌਤੀ ਨਾਮ ਦਾ, ਜਿਹੜਾ ਕਿ ਨੈਕਸਟ ਜਨਰੇਸ਼ਨ ਲਈ ਹੋਊਗਾ, ਹੈ ਨਾ। ਰਵੀ ਸ਼ੰਕਰ ਪ੍ਰਸਾਦ ਜੀ ਨੇ ਇਹਨੂੰ ਲਾਂਚ ਕੀਤਾ, IT ਮਿਨਿਸਟਰ ਨੇ ਆਪਣੇ, ਹੈ ਨਾ। ਚੁਣੌਤੀ ਦੀ ਫੁੱਲ ਫਾਰਮ ਤੁਹਾਨੂੰ ਦੱਸੀ ਸੀ, ਚੈਲੰਜ ਹੰਟ ਅੰਡਰ NGIS ਫॉर ਐਡਵਾਂਸ ਇਨਹੈਬਿਟਡ ਟੈਕ ਇੰਟਰਵੈਂਸ਼ਨ। ਐਡੀ ਵੱਡੀਆਂ ਫੁੱਲ ਫਾਰਮ ਆਉਣ ਦੇ ਚਾਂਸਸ ਥੋੜ੍ਹੇ ਘੱਟ ਹੁੰਦੇ ਆ, ਤਾਂ ਬਟ ਤੁਸੀਂ ਇੱਕ ਵਾਰ ਰੀਡ ਜ਼ਰੂਰ ਕਰ ਲੈਣਾ, ਸਕਿਪ ਨਹੀਂ ਕਰਨਾ ਹੈਗਾ। ਠੀਕ ਹੈ। ਇਹ ਕਿਹਦੇ ਲਈ ਹੈ? ਸਟਾਰਟਅਪਸ ਦੇ ਸੌਫਟਵੇਅਰ ਨੂੰ ਡਿਵੈਲਪ ਕਰਨ ਦੇ ਲਈ, ਉਹਨੂੰ ਹੋਰ ਬੜਾਵਾ ਦੇਣ ਦੇ ਲਈ। ਨਿਊ ਕੈਂਪੇਨ ਲਾਂਚ ਕੀਤੀ ਦਿੱਲੀ ਨੇ, ਹੈਲਦੀ ਬੋਡੀ ਐਂਡ ਹੈਲਦੀ ਬ੍ਰੇਨ ਕੈਂਪੇਨ। ਕਿਹਦੇ ਲਈ ਹੈ ਇਹ? ਜਿਹੜੇ ਸਟੂਡੈਂਟ ਲੇਜ਼ੀ ਹੋ ਚੁੱਕੇ ਆ, ਪੜ੍ਹਦੇ ਨਹੀਂ ਹੈਗੇ, ਹੈ ਨਾ। ਸਟੱਡੀ ਤੋਂ ਥੋੜ੍ਹਾ ਲਿੰਕ ਟੁੱਟ ਗਿਆ ਉਹਨਾਂ ਦਾ ਲੋਕਡਾਊਨ ਕਰਕੇ, ਘਰੇ ਰਹਿਣ ਕਰਕੇ, ਤਾਂ YouTube ਚੈਨਲ ਦੇ ਥਰੂ ਹੈ ਜਿਹੜਾ ਉਹਨਾਂ ਨੂੰ ਦੁਬਾਰਾ ਤੋਂ ਐਨਕਰੇਜ ਕੀਤਾ ਜਾਊਗਾ ਸਟੱਡੀ ਦੇ ਲਈ। ਠੀਕ ਹੈ ਜੀ। ਥੈਂਕਸ ਫॉर ਵਾਚਿੰਗ ਦਿਸ ਵੀਡੀਓ। ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ। ਵਧੀਆ ਲੱਗੀ ਵੀਡੀਓ ਨੂੰ ਪਲੀਜ਼ ਲਾਈਕ ਕਰ ਦਿਓ, ਸ਼ੇਅਰ ਕਰ ਦਿਓ। ਜੇ ਤੁਸੀਂ ਚਾਹੁੰਦੇ ਹੋ ਇਹ ਵੀਡੀਓ ਜਿਹੜੀ ਇਹ ਸੀਰੀਜ਼ ਹੈ ਆਪਣੀ ਇਹ ਕੰਟੀਨਿਊ ਰਹੇ, ਤਾਂ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ। ਹਾਂਜੀ, ਅਨਅਕੈਡਮੀ ਦੇ ਉੱਤੇ ਲਾਈਵ ਕਲਾਸਿਸ ਹੁੰਦੀਆਂ ਨੇ ਫਨਕਾਰ ਸਰ ਦੀਆਂ। ਨੰਬਰ ਉਹਨਾਂ ਦਾ ਫਲੈਸ਼ ਹੋ ਰਿਹਾ ਸਕਰੀਨ ਦੇ ਉੱਤੇ। ਇਸ ਦੇ ਉੱਤੇ ਤੁਸੀਂ ਕੋਈ ਵੀ ਡਾਊਟ ਵਗੈਰਾ ਤੁਸੀਂ ਆਪਣਾ ਕਲੀਅਰ ਕਰ ਸਕਦੇ ਹੋ। ਅਨਅਕੈਡਮੀ ਜ਼ਰੂਰ ਵਿਜ਼ਿਟ ਕਰਨੀ ਹੈ, ਉਹਨਾਂ ਦੀ ਕਲਾਸਿਸ ਜ਼ਰੂਰ ਅਟੈਂਡ ਕਰਨੀਆਂ ਨੇ। ਆਪਣਾ ਟੈਲੀਗ੍ਰਾਮ ਗਰੁੱਪ ਹੈ, ਵਟਸਐਪ ਗਰੁੱਪ ਹੈ। ਟੈਲੀਗ੍ਰਾਮ ਗਰੁੱਪ ਤੁਸੀਂ ਜ਼ਰੂਰ ਜੁਆਇਨ ਕਰਨਾ ਹੈਗਾ। ਉਹਦੇ ਵਿੱਚ ਸਾਰੇ ਲਿੰਕਸ ਵਗੈਰਾ ਪਏ ਨੇ ਕਿ ਜਦੋਂ ਵੀ ਕੋਈ ਨਿਊ ਕਲਾਸ ਹੁੰਦੀ ਹੈ, ਉਹਦਾ ਟਾਈਮਿੰਗ ਹੁੰਦੀ ਹੈ, ਤਾਂ ਉਹਦੇ ਵਿੱਚ ਅਪਡੇਟ ਦਿੱਤੀ ਜਾਂਦੀ ਹੈ। ਠੀਕ ਹੈ। ਤਾਂ ਪਲੀਜ਼ ਉਹਨੂੰ ਚੈੱਕਆਊਟ ਕਰ ਲਿਓ। ਡਿਸਕ੍ਰਿਪਸ਼ਨ ਬਾਕਸ ਇੱਕ ਵਾਰ ਵਿਜ਼ਿਟ ਕਰ ਲਿਓ ਨੀਚੇ, ਤਾਂ ਤੁਹਾਨੂੰ ਪਤਾ ਲੱਗ ਜੂਗਾ, ਹੈ ਨਾ। ਤੁਹਾਨੂੰ ਤੁਹਾਡੇ ਕੰਮ ਦੇ ਲਿੰਕ ਮਿਲ ਜਾਣਗੇ ਉੱਥੇ। ਥੈਂਕ ਯੂ ਸੋ ਮਚ। ਮਿਲਦੇ ਹਾਂ ਨੈਕਸਟ ਵੀਡੀਓ 'ਚ।